ਹੈਲੋ एवरीवन, ਤੁਹਾਡਾ ਇਸ ਚੈਨਲ 'ਤੇ ਸਵਾਗਤ ਹੈ। ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਨਾਲ ਆਏ ਹਾਂ ਤੇ ਇਹ ਵੀਡੀਓ ਦੇਖ ਲੈਂਦੇ ਹਾਂ। ਤੁਸੀਂ ਇਹ ਫੋਟੋ ਨੂੰ ਦੇਖ ਕੇ ਅੰਦਾਜ਼ਾ ਲਾ ਹੀ ਲਿਆ ਹੋਣਾ ਆਪਾਂ ਕਿਸ ਬਾਰੇ ਗੱਲ ਕਰ ਰਹੇ ਹਾਂ। ਤਾਂ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜਾ ਇੰਟਰੈਂਸ ਐਗਜ਼ਾਮ ਹੁੰਦਾ PU ਸੈਟ ਫਾਰ ਯੂਜੀ, ਜਿਹੜਾ ਕਿ ਅੰਡਰ ਗ੍ਰੈਜੂਏਸ਼ਨ ਕੋਰਸਾਂ ਲਈ ਜਿਹੜੀ ਐਡਮਿਸ਼ਨ ਹੁੰਦੀ ਆ ਉਹ PU ਸੈਟ ਦੇ ਬੇਸ 'ਤੇ ਹੁੰਦੀ ਆ। ਤੇ ਉਹਦੀ ਆਪਾਂ ਫੁੱਲ ਡਿਟੇਲ ਇੱਥੇ ਦੇਖਾਂਗੇ। ਇਹ ਵੀਡੀਓ 'ਚ ਆਪਾਂ 1 ਬਾਏ 1 ਕਰਕੇ ਐਡਮਿਸ਼ਨ ਕਿਵੇਂ ਹੁੰਦੀ ਆ, ਕੱਟ ਆਫ ਕਿੰਨੀ ਆ, ਫੀਸ ਕਿੰਨੀ ਆ, ਆਪਾਂ ਅਪਲਾਈ ਕਿਵੇਂ ਕਰ ਸਕਦੇ ਹਾਂ, ਇਹ ਸਾਰੀ ਡਿਟੇਲ ਆਪਾਂ ਸਟੈਪ ਬਾਏ ਸਟੈਪ ਇਸ ਵਿੱਚ ਡਿਸਕਸ ਕਰਾਂਗੇ। ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ। ਲਓ ਜੀ, ਵੀਡੀਓ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਰਜਿਸਟ੍ਰੇਸ਼ਨ ਫਾਰਮ ਦੀ ਗੱਲ ਕਰਦੇ ਹਾਂ। ਆਪਾਂ ਪਹਿਲੇ ਸਟੈਪ ਦੀ ਗੱਲ ਕਰਦੇ ਹਾਂ। ਪਹਿਲੇ ਤੇ ਕਿ ਕੈਂਡੀਡੇਟ ਨੂੰ ਆਪਣੀ ਮਾਈਂਡ 'ਚ ਰੱਖਣਾ ਚਾਹੀਦਾ ਕਿ ਉਹ ਲਾਸਟ ਡੇਟ ਤੋਂ ਪਹਿਲਾਂ ਆਪਣਾ ਜਿਹੜਾ ਐਪਲੀਕੇਸ਼ਨ ਫਾਰਮ ਆ ਜਾਂ ਰਜਿਸਟ੍ਰੇਸ਼ਨ ਆ ਉਹ ਕੰਪਲੀਟ ਕਰ ਲਓ। ਉਸ ਤੋਂ ਬਾਅਦ ਸੈਕਿੰਡ ਦੀ ਗੱਲ ਕਰਦੇ ਹਾਂ। ਐਪਲੀਕੇਸ਼ਨ ਫਾਰਮ ਆ ਜਿਹੜਾ ਰਿਲੀਜ਼ ਹੁੰਦਾ ਔਨਲਾਈਨ, ਯੂਨੀਵਰਸਿਟੀ ਦਾ ਔਨਲਾਈਨ ਮੋਡ 'ਤੇ ਬੇਸ 'ਤੇ ਹੁੰਦਾ ਕਿ ਆਪਾਂ ਔਨਲਾਈਨ ਹੀ ਫਿਲ ਕਰਨਾ, ਆਫਲਾਈਨ ਦਾ ਕੋਈ ਪ੍ਰੋਸੀਜਰ ਨਹੀਂ ਗਾ। ਇਸ ਤੋਂ ਬਾਅਦ ਆਪਣੀ ਜਿਹੜੀ ਡਿਟੇਲ ਆ ਸਾਰੀ ਕੇਅਰਫੁਲੀ ਫਿਲ ਕਰਨੀ ਹੈ। ਉਸ ਤੋਂ ਬਾਅਦ ਫਾਈਨਲ ਸਬਮਿਸ਼ਨ ਕਰ ਦੇਣੀ ਹੈ। ਇੱਕ ਵਾਰੀ ਉਸ ਨੂੰ ਸਬਮਿਸ਼ਨ ਤੋਂ ਪਹਿਲਾਂ ਦੇਖ ਲਿਓ ਵੀ ਉਹਦੀ ਜਿਹੜੀ ਡਿਟੇਲ ਆ ਉਹ ਬਿਲਕੁਲ ਰਾਈਟ ਆ। ਅਗਰ ਤੁਹਾਡੀ ਕੋਈ ਵੀ ਇਨਕਰੈਕਟ ਹੋਇਆ ਉਸ ਵਿੱਚ ਤਾਂ ਯੂਨੀਵਰਸਿਟੀ ਨੇ ਐਕਸੈਪਟ ਨਹੀਂ ਕਰਨਾ। ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਸਟੈਪ ਦੇਖ ਲੈਂਦੇ ਆ। ਇਸ 'ਤੇ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਹੋਣੀ ਆ, ਉਸ ਤੋਂ ਬਾਅਦ ਡਿਟੇਲ ਫਿਲਿੰਗ ਹੋਣੀ ਆ, ਉਸ ਤੋਂ ਬਾਅਦ ਅਪਲੋਡਿੰਗ ਸਕੈਨ ਡਾਕੂਮੈਂਟ ਹੋਣੇ ਨੇ। ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਫੀਸ ਅਮਾਊਂਟ ਆ ਉਹ ਸਬਮਿਟ ਕਰਵਾ ਦੇਣੀ ਆ। ਉਸ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਤੁਹਾਡਾ ਕੰਪਲੀਟ ਹੋ ਜਾਣਾ ਐਪਲੀਕੇਸ਼ਨ ਫਾਰਮ। ਉਸ ਤੋਂ ਬਾਅਦ ਜਿਹੜਾ ਕਿ ਐਪਲੀਕੇਸ਼ਨ ਫਾਰਮ ਕੰਪਲੀਟ ਹੋ ਜਾਣਾ, ਉਸ ਤੋਂ ਬਾਅਦ ਤੁਸੀਂ ਇਹ ਫਾਰਮ ਸੈਂਡ ਨਹੀਂ ਕਰਨਾ ਯੂਨੀਵਰਸਿਟੀ ਨੂੰ, ਇਹ ਆਪਣੇ ਕੋਲ ਪ੍ਰਿੰਟ ਆਊਟ ਕਰਵਾ ਕੇ ਰੱਖ ਲੈਣਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਨੈਕਸਟ ਹੀ PU ਐਪਲੀਕੇਸ਼ਨ ਫਾਰਮ ਦੀ। ਤਾਂ ਐਪਲੀਕੇਸ਼ਨ ਫਾਰਮ ਦੀ ਦੇਖ ਲੈਂਦੇ ਹਾਂ। ਐਪਲੀਕੇਸ਼ਨ ਫਾਰਮ ਸਭ ਤੋਂ ਪਹਿਲਾਂ ਕੈਟੇਗਰੀ, ਉਸ ਤੋਂ ਬਾਅਦ ਐਪਲੀਕੇਸ਼ਨ ਫੀਸ। ਸਭ ਤੋਂ ਪਹਿਲਾਂ ਕੈਟੇਗਰੀ ਦੇਖ ਲੈਂਦੇ ਜਨਰਲ ਕੈਟੇਗਰੀ ਦੀ 2175 ਫੀਸ ਹੋਣੀ ਹੈ। ਉਸ ਤੋਂ ਬਾਅਦ SC ST PWD ਕੈਂਡੀਡੇਟ ਲਈ 1088 ਫੀਸ ਹੋਣੀ ਆ। ਉਸ ਤੋਂ ਬਾਅਦ ਜਿਹੜੀ ਐਡੀਸ਼ਨਲ ਪੇਪਰ ਆ ਉਸ ਦੀ ਜਿਹੜਾ 300 ਰੁਪਇਆ ਐਕਸਟਰਾ ਜਿਹੜਾ ਪੇ ਕਰਨਾ ਪੈਣਾ ਆਪਾਂ ਨੂੰ। ਜਿਹਦਾ ਮੋਡ ਆਫ ਪੇਮੈਂਟ ਕਿਵੇਂ ਪੇਮੈਂਟ ਕਰ ਸਕਦੇ ਹਾਂ, ਇਹਨੂੰ ਆਪਾਂ ਔਨਲਾਈਨ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਦੇ ਥਰੂ ਕਰ ਸਕਦੇ ਹਾਂ। ਉਸ ਤੋਂ ਬਾਅਦ ਜਿਹੜੀ ਕਿ ਇਹ ਫੀਸ ਆ ਐਪਲੀਕੇਸ਼ਨ ਫੀਸ ਆ ਉਹ ਨੋਨ ਰਿਫੰਡੇਬਲ ਆ ਕਿ ਉਹ ਆਪਾਂ ਨੂੰ ਰਿਫੰਡ। ਇਸ ਵਿੱਚ ਦੇਖਾਂਗੇ ਆਪਾਂ ਆਪਣੀ ਜਿਹੜੀ PU ਸੈਟ ਦੇ ਅੰਡਰ ਜਿਹੜੇ ਕੋਰਸ ਆਉਂਦੇ ਹਨ ਤਾਂ ਇਹਦੇ ਵਿੱਚ 13 ਕੋਰਸ ਆਉਂਦੇ ਹਨ। ਤਾਂ ਇਹਨੂੰ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਕਿ B ਫਾਰਮ ਹੈ ਜਿਹੜਾ ਕਿ 4 ਸਾਲ ਦਾ ਕੋਰਸ ਹੈ। B ਫਾਰਮੇਸੀ ਇਹ PU ਸੈਟ ਦੇ ਅਕੋਰਡਿੰਗ ਇਸ 'ਤੇ ਐਡਮਿਸ਼ਨ ਹੁੰਦੀ ਆ ਉਸ 'ਤੇ ਫੀਸ 'ਤੇ। ਉਹ ਤੋਂ ਬਾਅਦ ਸੈਕਿੰਡ ਦੀ ਗੱਲ ਕਰਦੇ ਹਾਂ BSc ਐਂਥਰੋਪੋਲੋਜੀ। ਤਾਂ ਇਹ 3 ਸਾਲ ਦਾ ਕੋਰਸ ਹੈ, PU ਸੈਟ ਦੇ ਬੇਸ 'ਤੇ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਤੀਸਰਾ ਹੈ ਉਹ BSc ਔਨਰ ਬਾਇਓ ਕੈਮਿਸਟਰੀ ਜਿਹੜੀ ਹੈ ਇਹ ਵੀ 3 ਸਾਲ ਦਾ ਕੋਰਸ ਹੈ। ਤਾਂ ਇਹ ਵੀ PU ਸੈਟ ਦੇ ਬੇਸ 'ਤੇ ਐਡਮਿਸ਼ਨ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਚੌਥੇ ਦੀ BSc ਔਨਰਸ ਬਾਇਓ ਫਿਜ਼ਿਕਸ। ਇਸ ਤਰ੍ਹਾਂ ਇਹ ਵੀ 3 ਸਾਲ ਦਾ ਹੈ ਤਾਂ ਇਸਦੀ ਐਡਮਿਸ਼ਨ ਵੀ ਸੇਮ ਉਸ ਤਰ੍ਹਾਂ ਹੁੰਦੀ ਹੈ PU ਸੈਟ ਦੇ ਵਿੱਚ। ਉਸ ਤੋਂ ਬਾਅਦ ਆਪਾਂ ਦੇਖ ਲਈਏ ਪੰਜਵਾਂ BSc ਔਨਰਸ ਬਾਇਓਟੈਕਨੋਲੋਜੀ। ਤਾਂ ਇਹ ਵੀ ਸੇਮ ਉਹੀ ਪ੍ਰੋਸੀਜਰ ਹੈ। ਇਹ ਵੀ ਕੋਰਸ PU ਸੈਟ ਦੇ ਬੇਸ 'ਤੇ ਹੀ ਰੱਖੇ ਜਾਂਦੇ ਹਨ ਸਟੂਡੈਂਟ। ਉਸ ਤੋਂ ਬਾਅਦ ਜਿਹੜੇ 6 ਕੋਰਸ ਦੀ ਗੱਲ ਕਰਦੇ ਹਾਂ BSc ਔਨਰਸ ਬੋਟਨੀ। ਤਾਂ ਇਹ ਵੀ 3 ਸਾਲ ਦਾ ਕੋਰਸ ਹੈ ਅਤੇ ਇਹ ਵੀ ਸੇਮ ਉਸ ਤਰ੍ਹਾਂ ਹੀ PU ਸੈਟ ਦੇ ਹੀ ਰੈਂਕਿੰਗ ਦੇ ਅਕੋਰਡਿੰਗ ਇਹਦੀ ਐਡਮਿਸ਼ਨ ਹੁੰਦੀ ਹੈ ਸਟੂਡੈਂਟਾਂ ਦੀ। ਉਸ ਤੋਂ ਬਾਅਦ ਜੇ ਸਟੂਡੈਂਟ ਨੇ BSc ਔਨਰਸ ਕੈਮਿਸਟਰੀ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਉਹ ਇਸ ਵਿੱਚ 3 ਸਾਲ ਦਾ ਕੋਰਸ ਹੈ, ਪਤਾ ਹੀ ਹੈ, ਤਾਂ ਇਹ ਐਡਮਿਸ਼ਨ ਲੈ ਸਕਦਾ। ਉਸ ਤੋਂ ਬਾਅਦ ਜਿਹੜਾ 8th ਹੈ BSc ਔਨਰਸ ਜੂਲੋਜੀ, ਇਹ ਵੀ 3 ਸਾਲ ਦਾ ਕੋਰਸ ਹੈ ਅਤੇ ਇਹ ਵੀ ਔਨਰਸ ਹੈ। ਉਸ ਤੋਂ ਬਾਅਦ 9th ਦੀ ਗੱਲ ਕਰਦੇ ਹਾਂ ਜਿਹੜਾ 9ਵਾਂ BSc ਔਨਰ ਟਿਕੀ ਮਾਈਕਰੋਬਾਇਓਲੋਜੀ ਜਿਹੜਾ ਕਿ ਸਾਊਥ ਡਿਪਾਰਟਮੈਂਟ 'ਚ ਇਹ ਹੈ। ਇਹ ਵੀ PU ਸੈਟ ਦੇ ਹੀ ਬੇਸ 'ਤੇ ਐਡਮਿਸ਼ਨ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੱਕ ਸਿੰਪਲ ਫਿਜ਼ਿਕਸ ਹੈ। ਉਸ ਤੋਂ ਬਾਅਦ ਜਿਹੜਾ ਸੈਕਿੰਡ ਹੈ ਉਹ ਸਪੈਸ਼ਲ ਇਨ ਇਲੈਕਟ੍ਰੋਨਿਕਸ ਵਿੱਚ ਐਡਮਿਸ਼ਨ ਹੋਵੇਗੀ। ਇਹ 2 ਟਾਈਪ ਦਾ, ਇੱਕ ਹੀ ਡਿਪਾਰਟਮੈਂਟ 'ਚ 2 ਟਾਈਪ ਦੀ ਐਡਮਿਸ਼ਨ ਹੈ, 2 ਟਾਈਪ ਦੀ BSc ਹੈ ਫਿਜ਼ਿਕਸ ਵਿੱਚ।
उस तो बाद आपां गल करते हैं 12वीं दी BSc ऑनर्स जूलॉजी। तो जूलॉजी इस विच देख सकते हैं ये भी 3 साल का कोर्स है। उस तो बाद जो लास्ट बचा है 13वां जोड़ा कि मैथमैटिक्स। तो इस विच तुसीं ध्यान देना जे अगर किसी बच्चे ने अपना पहला तो ही मैथमैटिक्स एडमिशन लैनी है, पहले ही सोच रखिया, तो अपने मैथ के फॉर्म जो फॉर्म आएगा PU सैट उस मैथ ही मैंशन करे। अलग तो पेपर मैथ के लिए बनेगा, वो उन्होंने मैरिट अकॉर्डिंग जो मैथ का पेपर देंगे उसके अकॉर्डिंग मैरिट लिस्ट बननी है, तो मैं डिपार्टमेंट एडमिशन लै सकता। जेकर वो होर नूं प्रैफरेंस दे रहा तो फिर वो अकला मैथ नहीं फिल करेगा, फिर इस सबजैक्टा होर भी वो अपने कोर्स सिलैक्ट करेगा तो फिर ही उसकी एडमिशन होगी। एलीजिबिलिटी देख लें, एलीजिबिलिटी क्राइटेरिया देख लें आप हम देख लें कि कैंडीडेट जो इंडिया तो हो सकता, NRI हो सकता, फॉरन स्टूडेंट हो सकता। उस तो बाद जोड़े कि घट तो घट मिनीमम जोड़े मार्क्स चाहिए ने वो किन्ने चाहिए ने, जोड़ा कि जनरल कैटेगरी 50% मार्क्स चाहिए ने, SC ST OBC PWD कैंडीडेट लिए 45% मार्क्स चाहिए हैं। उस तो बाद आप कंपलसरी सबजैक्ट देख लें, इतने कंपलसरी की गल कर लें। कंपलसरी फिजिक्स कैमिस्ट्री इंग्लिश होनी चाहिए। उस तो बाद उन्होंने को एक होर सबजैक्ट होना चाहिए, या तो मैथमैटिक्स होना चाहिए, बायोटैक्नोलॉजी या बायोलॉजी। उस तो बाद गल करते हैं आप एडमिट कार्ड की। उस तो बाद यूनीवर्सिटी जो कि एडमिट कार्ड इशू करूगी, तुम एडमिट कार्ड किमें डाउनलोड कर सकते हो, इस बारे भी देख सकते हैं। अपने यूनीवर्सिटी वैबसाइट पर जाके तुम अपना लॉगिन ID तो पासवर्ड जोड़ा कि भर देना। उस तो बाद थोड़ी टिकट हाल या एडमिट कार्ड आ जाना, तुम वो डाउनलोड कर सकते हो। यूनीवर्सिटी इस रिस्पोंसिबल नहीं है तुहानू एडमिट कार्ड इशू करके तुहानू Gmail करे या ईमेल करे, तुसी अपने आप ही डाउनलोड करना। एडमिट कार्ड ते सब डिटेल जी इनफॉर्मेशन आ वो दी होनी है, जिमें कि डेट टाइमिंग, उस तो बाद सेंटर एग्जाम सारी के ये जी डिटेल आ ये एडमिट कार्ड ते शो होनी है। उस तो बाद आप PU सैट UG एग्जाम पैटर्न के बारे देख लें कि जोड़ा एग्जाम किस तरह होएगा। मोड जोड़ा ऑफलाइन होएगा, नंबर ऑफ क्वेश्चन जोड़े 240 होंगे, मैक्सीमम मार्क्स 480 होने, ड्यूरेशन ऑफ पेपर का 70 मिनट ईच पेपर, मतलब 3 सैक्शन होने हैं इस जो आप करने हैं। तो एक जो सैक्शन आ वो 70 मिनट का है। उस तो मीडियम किहड़ा है इंग्लिश। उस तो बाद स्कीम किहड़ी है मार्किंग स्कीम, जिहड़ा कि अगर आप करैक्ट आंसर दिंने तो वो 2 मार्क्स मिलने, जो आप इनकरैक्ट आंसर दिंने तो 1/4 मार्क्स जिहड़े कि कट होने कि अपने 1 मार्क्स 2 मार्क्स का अद्धा हिस्सा चौथा हिस्सा कट हो जाना। कि क्वेश्चन किस तरह होंगे, मल्टीपल चॉइस क्वेश्चन होंगे। इस तो बाद आप देख लें एग्जाम पैटर्न किस तरह किहड़े सबजैक्ट इस हैं तो किन्ने मार्क्स हैं। ये आप हम देख लें सब तो पहला पेपर 1 मैथमैटिक्स जिहड़े कि नंबर ऑफ क्वेश्चन 60 होंगे, जिहड़े मार्क्स होंगे एक ईच क्वेश्चन का 2 मार्क्स होंगे, जिहड़े कि टोटल मार्क्स होंगे 120 होंगे। तो ड्यूरेशन इसकी 70 मिनट होगा। उस तो बाद पेपर 2 की गल करते हैं कैमिस्ट्री की 60 नंबर का 60 क्वेश्चन होंगे, 2 नंबर के होंगे, तो 120 नंबर टोटल हो गया। तो ये 70 मिनट का सैक्शन है। उस तो बाद पेपर 3 की गल कर लें फिजिक्स की, जिहड़ा कि नंबर ऑफ क्वेश्चन 60 होने। उस तो बाद आप 2 मार्क्स ईच क्वेश्चन के है आंसर के है। उस तो बाद जिहड़ा कि टोटल 120 हैं मार्क्स। उस तो बाद जिहड़ा कि ड्यूरेशन किहड़ी है 70 मिनट ड्यूरेशन है। उस तो बाद बायोलॉजी, उस तो बायोलॉजी देख लें 60 उस तरह ही क्वेश्चन होने हैं। उस तो बाद 2 नंबर कैरी करते होंगे, एक क्वेश्चन 2 नंबर कैरी करता। उस तो बाद 120 टोटल मार्क्स होने, ये भी 70 मार्क्स का। उस तो बाद मैं यही दस देवां तुहानूं कि जिहड़े ये 2 कंपलसरी हैं मैथमैटिक्स और बायोलॉजी विचों किसी आपां एक नूं चूज़ करना है एडमिशन के लिए। जेकर तुसी कल्ला मैथ एडमिशन लैना चाहुंदे हो तो वो अलग तो एक फॉर्म में तुहानूं पुछेगा, तुसी मैथ डिपार्टमेंट एडमिशन लैना चाहुंदे हो या BSc मैथ करना चाहुंदे हो तो उस तुसी अलग तो सिलैक्ट कर सकते हो। उसका सिलेबस थोड़ा जिहा अलग होगा। उस तो बाद आप लास्ट दे गल कर लें जी
हैंडीकैप ਜਾਂ ਪਰਸਨ ਡਿਸੇਬਿਲਟੀ ਵਾਲਾ ਹੋਵੇਗਾ ਕੈਂਡੀਡੇਟ ਨੂੰ 20 ਮਿੰਟ ਐਕਸਟਰਾ ਮਿਲਣਗੇ ਈਚ ਸੈਕਸ਼ਨ 'ਚੋਂ। ਆਪਾਂ ਗੱਲ ਕਰਦੇ ਹਾਂ ਇਸ ਦੇ PU ਸੈੱਟ ਸਿਲੇਬਸ ਦੀ। PU ਸਿਲੇਬਸ ਜਿਹੜਾ ਕਿ ਆ 11ਵੀਂ ਤੇ 12ਵੀਂ ਦੀ ਕਲਾਸ ਦੇ ਟੌਪਿਕ 'ਤੇ ਹੀ ਡਿਪੈਂਡ ਹੈ। ਫਿਜ਼ਿਕਸ, ਕੈਮਿਸਟਰੀ, ਫਿਜ਼ਿਕਸ, ਮੈਥਮੈਟਿਕਸ, ਬਾਇਓਲੋਜੀ ਸਬਜੈਕਟ ਹਨ, ਉਹਨਾਂ ਤੋਂ ਹਟ ਕੇ ਕੁਛ ਨਹੀਂ ਹੈ। +2 ਤੇ 11th ਕਲਾਸ ਦੇ ਸਿਲੇਬਸ 'ਤੇ ਹੀ ਸਾਰਾ ਇਹ PU ਸੈੱਟ ਸੈੱਟ ਕੀਤਾ ਹੁੰਦਾ ਹੈ। ਉਹ ਤਾਂ ਫਿਜ਼ਿਕਸ ਦੀ ਗੱਲ ਕਰਦੀ ਹੈ। ਫਿਜ਼ਿਕਸ ਦੇ ਟੌਪਿਕ ਦੀ ਦੇਖ ਲੈਂਦੇ ਆਪਾਂ ਕਿਹੜੇ ਕਿਹੜੇ ਹਨ ਜਿਹੜੇ ਤੁਸੀਂ ਪੜ੍ਹਨੇ ਹਨ। ਫਿਜ਼ੀਕਲ ਵਰਡ ਐਂਡ ਮੈਜ਼ਰਮੈਂਟ, ਕੈਨਮੈਟਿਕਸ, ਉਸ ਤੋਂ ਬਾਅਦ ਲਾ ਆਫ ਮੋਸ਼ਨ, ਵਰਕ, ਐਨਰਜੀ ਐਂਡ ਪਾਵਰ, motion of system and particles and rigid body, gravitation, ਉਸ ਤੋਂ ਬਾਅਦ property of bulk matter, ਉਸ ਤੋਂ ਬਾਅਦ thermodynamics, behavior of the perfect gas and kinetic theory, oscillation and wave। ਇਸ ਤਰ੍ਹਾਂ ਦੇ ਟੌਪਿਕ ਹੋਣੇ ਹਨ, ਤੁਸੀਂ ਇਸ ਨੂੰ ਪ੍ਰਪੇਅਰ ਕਰਨਾ। ਹੁਣ ਆਪਾਂ ਅਗਲੇ ਸਬਜੈਕਟ 'ਤੇ ਚੱਲਦੇ ਹਾਂ, ਕੈਮਿਸਟਰੀ ਦੇ ਥੋੜ੍ਹੇ ਟੌਪਿਕ ਆਪਾਂ ਇਸ ਵਿੱਚ ਦੱਸਾਂਗੇ। ਸਮ ਬੇਸਿਕ concept of chemistry, the structure of atom, ਉਸ ਤੋਂ ਬਾਅਦ classification of element and periodic table in properties, ਉਸ ਤੋਂ ਬਾਅਦ chemical bonding and molecular structure, ਉਸ ਤੋਂ hydrogen s block element, और ਉਸ ਤੋਂ ਬਾਅਦ organic chemistry, some basic principle and techniques, ਉਸ ਤੋਂ ਬਾਅਦ thermodynamics, redox reaction, ਉਸ ਤੋਂ ਬਾਅਦ ਹਾਈਡਰੋਕਾਰਬਨ। ਇਸ ਤਰ੍ਹਾਂ ਦੇ ਟੌਪਿਕ ਹਨ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਾਇਓਲੋਜੀ ਦੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਾਇਓਲੋਜੀ ਦੀ। ਬਾਇਓਲੋਜੀ ਦਾ ਸਭ ਤੋਂ ਪਹਿਲਾ ਟੌਪਿਕ ਜਿਹੜਾ ਹੈ ਉਹ ਡਾਇਵਰਸਿਟੀ ਇਨ ਦਾ ਲਿਵਿੰਗ ਵਰਲਡ। ਉਸ ਤੋਂ ਬਾਅਦ ਸੈਕੰਡ ਜਿਹੜਾ ਹੈ ਦਾ ਸਟਰਕਚਰਲ ਆਰਗੇਨਾਈਜੇਸ਼ਨ ਇਨ ਐਨੀਮਲ ਐਂਡ ਪਲਾਂਟਸ, ਉਸ ਤੋਂ ਬਾਅਦ ਸੈੱਲ ਸਟਰਕਚਰ ਐਂਡ ਫੰਕਸ਼ਨ, ਉਸ ਤੋਂ ਪਲਾਂਟ ਫਿਜ਼ੀਓਲੋਜੀ, ਉਸ ਤੋਂ ਬਾਅਦ ਹਿਊਮਨ ਅਨਾਟਮੀ ਐਂਡ ਫਿਜ਼ੀਓਲੋਜੀ ਐਕਸੈਕਟਰਾ। ਇਸ ਤਰ੍ਹਾਂ ਦੇ ਟੌਪਿਕ ਹੋਣੇ ਆ। ਉਸ ਤੋਂ ਬਾਅਦ ਆਪਾਂ ਮੈਥ ਦੀ ਗੱਲ ਕਰ ਲੈਂਦੇ ਹਾਂ। ਉਸ ਦੇ ਵਿੱਚ ਮੈਥਮੈਟਿਕਸ ਦੀ ਉਸ ਤੋਂ ਬਾਅਦ ਸਭ ਤੋਂ ਪਹਿਲਾ ਟੌਪਿਕ ਹੈ ਸੈੱਟ, ਉਸ ਤੋਂ ਬਾਅਦ ਰਿਲੇਸ਼ਨ ਐਂਡ ਫੰਕਸ਼ਨ, ਉਸ ਤੋਂ ਬਾਅਦ ਪ੍ਰਿੰਸੀਪਲ ਆਫ ਮੈਥਮੈਟੀਕਲ ਇੰਡਕਸ਼ਨ, ਉਸ ਤੋਂ ਬਾਅਦ ਬਾਇਨੋਮੀਅਲ ਥਿਊਰਮ ਜਿਹੜੀ ਬਹੁਤ ਹੀ ਇੰਪੋਰਟੈਂਟ ਹੈ, ਉਸ ਤੋਂ ਬਾਅਦ ਸੀਰੀਜ਼, ਉਸ ਤੋਂ ਬਾਅਦ ਕੌਨਿਕ ਸੈਕਸ਼ਨ, ਉਸ ਤੋਂ ਬਾਅਦ ਇੰਟਰੋਡਕਸ਼ਨ ਟੂ 3 dimension ਜਿਓਮੈਟਰੀ, ਉਸ ਤੋਂ ਬਾਅਦ ਲਿਮਟਸ ਐਂਡ ਡੈਰੀਵੇਟਸ, ਉਸ ਤੋਂ ਬਾਅਦ ਮੈਥਮੈਟਿਕਲ ਰੀਜ਼ਨਿੰਗ, ਉਸ ਤੋਂ ਬਾਅਦ ਸਟੈਟਿਕਸ ਐਂਡ ਪ੍ਰੋਬੇਬਿਲਿਟੀ ਐਕਸੈਕਟਰਾ। ਇਸ ਤਰ੍ਹਾਂ ਦੇ ਟੌਪਿਕ ਹੋਣੇ ਹਨ, ਤੁਸੀਂ ਇਸ ਨੂੰ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ PU ਸੈੱਟ UG ਰਿਜ਼ਲਟ ਦੀ। ਰਿਜ਼ਲਟ ਕੇ ਆਪਾਂ ਜਿਹੜਾ ਕਿ ਫੋਲੋਇੰਗ ਮੈਂਸ਼ਨ ਪੁਆਇੰਟ ਆ ਉਸ 'ਤੇ ਦੇਖਦੇ ਹਾਂ ਕਿ ਆਪਣਾ ਲੌਗਇਨ ID ਕਰਕੇ ਆਪਣਾ ਜਿਹੜਾ ਰਿਜ਼ਲਟ ਚੈੱਕ ਕਰ ਲਵੇ। ਉਸ ਤੋਂ ਬਾਅਦ ਯੂਨੀਵਰਸਿਟੀ ਨੇ ਜਿਹੜਾ ਸਕੋਰ ਕਾਰਡ ਰਿਲੀਜ਼ ਕੀਤਾ ਹੈ ਕੈਂਡੀਡੇਟ ਲਈ, ਉਹ ਓਫੀਸ਼ੀਅਲ ਸਾਈਟ 'ਤੇ ਜਾ ਕੇ ਡਾਊਨਲੋਡ ਕਰ ਲੇ। ਉਸ ਤੋਂ ਬਾਅਦ ਆਪਣੀ ਜਿਹੜੀ ਕਿ ਮੈਰਿਟ ਲਿਸਟ ਹੋਵੇਗੀ ਉਹਦੀ ਕੈਂਡੀਡੇਟ ਦੇ ਅਕੋਰਡਿੰਗ ਵੀ ਉਸਨੇ ਕਿੱਦਾਂ ਆਪਣਾ ਪਰਫੋਰਮੈਂਸ ਰੱਖੀ ਹੈ ਇਸ ਪੇਪਰ ਵਿੱਚ ਡਿਕਲੇਅਰ ਹੋ ਜਾਏਗਾ ਅਤੇ ਰਿਜ਼ਲਟ ਰਿਲੀਜ਼ ਹੋ ਜਾਏਗਾ ਅਤੇ ਮੈਰਿਟ ਲਿਸਟ ਜਿਹੜੀ ਕਿ ਉਸ ਟਾਈਮ ਰਿਲੀਜ਼ ਹੋ ਜਾਏਗੀ। ਉਸ ਤੋਂ ਬਾਅਦ ਆਪਣਾ ਰਿਜ਼ਲਟ ਚੈੱਕ ਕਰਕੇ ਆਪਦੀ ਜਿਹੜੀ ਰੈਂਕਿੰਗ ਦੇਖ ਸਕਦਾ, ਮੈਰਿਟ ਲਿਸਟ ਵਿੱਚ ਆਪਣਾ ਨੰਬਰ ਦੇਖ ਸਕਦਾ, ਆਪਦਾ ਨੇਮ ਦੇਖ ਸਕਦਾ ਸਟੂਡੈਂਟ। ਉਸ ਤੋਂ ਬਾਅਦ ਆਪਾਂ ਜਿਹੜਾ ਕਿ PU ਸੈੱਟ ਦੀ ਕੱਟ ਆਫ ਦੇਖ ਲੈਂਦੇ ਹਾਂ। ਇਹਦੇ ਵਿੱਚ ਕੁਝ ਕੁ ਪੁਆਇੰਟ ਮੈਂਸ਼ਨ ਹਨ, ਉਸ ਦੇ ਬਾਰੇ ਆਪਾਂ ਦੇਖ ਲੈਂਦੇ ਹਾਂ। ਜਿਹੜਾ ਕਿ PU ਸੈੱਟ ਆ ਜਿਹੜਾ ਅੰਡਰ ਗ੍ਰੈਜੂਏਸ਼ਨ 2021 ਲਈ ਕੱਟ ਆਫ ਮਿਨੀਮਮ ਜਿਹੜੇ ਮਾਰਕਸ ਚਾਹੀਦੇ ਨੇ ਕੈਂਡੀਡੇਟ ਲਈ ਨੀਡ ਟੂ ਸਿਕਿਉਰ ਐਲੀਜੀਬਲ ਫਾਰ ਦਾ ਕਾਉਂਸਲਿੰਗ। ਜਿਹੜੀ ਗੱਲ ਕਰਦੇ ਹਾਂ ਜਨਰਲ ਕੈਟਾਗਰੀ ਕੈਂਡੀਡੇਟ ਲਈ 15% ਸਕੋਰ ਜਿਹੜਾ ਚਾਹੀਦਾ ਹੈ। ਉਸ ਤੋਂ ਬਾਅਦ SC ਕੈਟਾਗਰੀ ਜਾਂ ST PWD BC ਕੈਂਡੀਡੇਟ ਲਈ ਨੀਡ ਟੂ ਸਕੋਰ 10% ਟੋਟਲ ਮਾਰਕਸ ਵਿੱਚੋਂ ਜਿਹੜੀ ਕਾਉਂਸਲਿੰਗ ਰਾਊਂਡ ਲਈ। ਇਹ ਆਪਾਂ ਕਾਉਂਸਲਿੰਗ ਰਾਊਂਡ ਦੀ ਗੱਲ ਕਰ ਰਹੇ ਹਾਂ। ਜਨਰਲ ਕੈਟਾਗਰੀ ਨੂੰ 15% ਜਿਹੜੇ ਕਿ ਮਾਰਕਸ ਸਕੋਰ ਜਾਂ ਮਾਰਕਸ ਚਾਹੀਦੇ ਹਨ ਅਤੇ SC ਕੈਟਾਗਰੀ ਨੂੰ 10% ਸਕੋਰ ਚਾਹੀਦੇ ਹਨ ਕੁਆਲੀਫਾਈ ਦਾ ਕਾਉਂਸਲਿੰਗ ਰਾਊਂਡ। ਉਸ ਤੋਂ ਬਾਅਦ ਜਿਹੜਾ ਥਰਡ ਪੁਆਇੰਟ ਆ ਉਸ ਦੀ ਗੱਲ ਕਰਦੇ ਹਾਂ ਆਪਾਂ, ਜਿਹੜਾ ਕਿ ਐਡਮਿਸ਼ਨ ਕਿਸ ਬੇਸ ਹੋਣੀ ਹੈ ਜਾਂ ਕਿਵੇਂ ਹੋਣੀ ਹੈ ਉਹ ਦੱਸ ਦਿੰਦੇ ਹਾਂ ਤੁਹਾਨੂੰ। ਕੰਬਾਈਨ ਰਿਜ਼ਲਟ ਬਣਨਾ ਹੈ ਜਿਹੜਾ ਕਿ 75% ਜਿਹੜਾ ਵੇਟੇਜ ਮਿਲਣੀ ਆ ਉਹ PU ਸੈੱਟ ਜਿਹੜਾ ਰਿਟਨ ਐਗਜ਼ਾਮ ਕੀਤਾ ਉਸ ਦੇ ਬੇਸ 75%
ਮਾਰਕਸ ਹੋਣਗੇ ਉਸ 'ਚ ਐਡ। ਉਸ ਤੋਂ ਬਾਅਦ ਜਿਹੜੇ ਕਿ 25% ਜਿਹੜੀ ਵੇਟੇਜ ਮਿਲਣੀ ਆ ਉਹ ਕੈਂਡੀਡੇਟ ਨੂੰ ਇਹ ਪਲੱਸ 2 ਦੀ ਮਾਰਕਸ਼ੀਟ ਜਾਂ ਮਾਰਕਸ ਤੇ ਉਹਦੇ ਅਦਰ ਐਕਟੀਵਿਟੀਆਂ 'ਤੇ। ਇਹਦਾ ਮਤਲਬ ਹੈ ਕਿ ਜਿਹੜੀ ਐਡਮਿਸ਼ਨ ਆ ਉਹ 75% PU ਸੈੱਟ 'ਤੇ ਬੇਸ ਹੈ ਅਤੇ ਜਿਹੜੀ 25% ਉਹ ਪਲੱਸ 2 ਅਤੇ ਅਦਰ ਐਕਟੀਵਿਟੀਆਂ 'ਤੇ PU ਸੈੱਟ ਦੀ ਜਿਹੜੀ ਕਾਉਂਸਲਿੰਗ ਬਾਰੇ ਪੰਜਾਬ ਯੂਨੀਵਰਸਿਟੀ ਪਿਛਲੇ ਸਾਲ ਜਿਹੜੀ ਔਨਲਾਈਨ ਮੋਡ ਦੇ ਥਰੂ ਕਾਉਂਸਲਿੰਗ ਕੀਤੀ ਸੀ। ਇਸ ਤੋਂ ਜਿਹੜੀ ਕਾਉਂਸਲਿੰਗ ਹੋਣੀ ਆ ਉਹ ਔਨਲਾਈਨ ਮੋਡ ਦੇ ਥਰੂ ਹੋਣੀ ਹੈ ਅਤੇ ਕਾਉਂਸਲਿੰਗ ਦੇ ਜਿਹੜੇ 3 ਰਾਊਂਡ ਹੋਣਗੇ 3 ਸਟੈਪ ਹੋਣਗੇ। ਉਸ ਤੋਂ ਬਾਅਦ ਕੈਂਡੀਡੇਟ ਕੋਰਸ ਪ੍ਰੈਫਰੈਂਸ ਭਰੇਗਾ, ਔਨਲਾਈਨ ਜਿਹੜਾ ਫਾਰਮ ਆਊਗਾ ਉਸ ਵਿੱਚ ਆਪਣੇ ਜਿਹੜੇ ਕੋਰਸ ਕਰਨਾ ਚਾਹੁੰਦਾ ਉਹ ਉਸ 'ਚ ਫਾਰਮ 'ਚ ਫਿਲ ਕਰੇਗਾ। ਉਸ ਤੋਂ ਬਾਅਦ ਡਾਕੂਮੈਂਟ ਕਿਹੜੇ ਚਾਹੀਦੇ ਹਨ ਕਾਉਂਸਲਿੰਗ ਦੇ ਲਈ। ਕਾਉਂਸਲਿੰਗ ਲਈ ਸਭ ਤੋਂ ਪਹਿਲਾਂ ਜਿਹੜਾ ਕਾਉਂਸਲਿੰਗ ਲੈਟਰ ਚਾਹੀਦਾ ਹੈ। ਉਸ ਤੋਂ ਬਾਅਦ ਜਿਹੜਾ PU ਸੈੱਟ ਐਡਮਿਟ ਕਾਰਡ ਹੈ ਉਹ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਅਗਰ ਮੈਡੀਕਲ ਸਰਟੀਫਿਕੇਟ ਹੈ ਤਾਂ ਉਹ ਵੀ ਜ਼ਰੂਰੀ ਹੈ। ਉਸ ਤੋਂ ਗੈਪ ਹੈ ਕਿਸੇ ਕੈਂਡੀਡੇਟ ਦਾ ਤਾਂ ਉਹ ਗੈਪ ਸਰਟੀਫਿਕੇਟ ਆਪਣਾ ਸਭ ਪਹਿਲਾਂ ਬਣਵਾ ਕੇ ਰੱਖੇ। ਉਸ ਤੋਂ ਬਾਅਦ ਜਿਹੜਾ ਕਲਾਸ 10th ਐਂਡ ਪਲੱਸ 2 ਦੀ ਮਾਰਕਸ਼ੀਟ ਹੋਣੀ ਚਾਹੀਦੀ ਹੈ, ਕੰਪਲਸਰੀ ਹੈ, ਓਰੀਜਨਲ ਸਾਰੇ ਇਹ ਡਾਕੂਮੈਂਟ ਹੋਣੇ ਚਾਹੀਦੇ ਹੈ। ਉਸ ਤੋਂ ਬਾਅਦ ਜਿਹੜੀ ਕੈਟਾਗਰੀ ਸਰਟੀਫਿਕੇਟ ਜੇ ਹੈ ਤਾਂ ਉਹਨਾਂ ਕੋਲ ਹੋਣਾ ਚਾਹੀਦਾ। ਸਪੋਰਟਸ ਸਰਟੀਫਿਕੇਟ, ਕੋਈ ਬੱਚਾ ਸਪੋਰਟਸ ਕਰ ਰਿਹਾ ਤਾਂ ਉਹਦੇ ਕੋਲ ਸਰਟੀਫਿਕੇਟ ਹੈ, ਜਾਂ ਉਹਨੇ ਆਪਣਾ ਸਪੋਰਟਸ ਬੇਸ 'ਤੇ ਐਡਮਿਸ਼ਨ ਲੈਣੀ ਹੈ ਤਾਂ ਉਹਨੂੰ ਸਪੋਰਟਸ ਸਰਟੀਫਿਕੇਟ ਚਾਹੀਦਾ ਹੈ, ਜ਼ਰੂਰੀ ਹੈ, ਕੰਪਲਸਰੀ ਹੈ। ਉਹ ਤੋਂ ਲੋ ਇਨਕਮ ਸਰਟੀਫਿਕੇਟ ਇਹ ਵੀ ਆਪਣੇ ਪਾਸ ਹੋਣੀ ਚਾਹੀਦੀ ਹੈ। ਇਹ ਜਿਹੜੇ ਸਾਰੇ ਆ ਓਰੀਜਨਲ ਸਰਟੀਫਿਕੇਟ ਹੋਣੇ ਚਾਹੀਦੇ, ਕੋਈ ਵੀ ਫੋਟੋ ਕਾਪੀ ਜਾਂ ਡੁਪਲੀਕੇਟ ਸਰਟੀਫਿਕੇਟ ਨਹੀਂ ਚਾਹੀਦੇ। ਇਸ ਵਿੱਚ ਸਾਰੇ ਹੀ ਓਰੀਜਨਲ ਸਰਟੀਫਿਕੇਟ ਚਾਹੀਦੇ ਹਨ।